बहुत ही प्यारे बच्चे हो। मैं परवीन मैथ मिस्ट्रस गवर्नमेंट मिडल स्कूल मीरपुर ब्लॉक गुरदासपुर टू मैं ਤੁਹਾਨੂੰ ਅਸਾਈਨਮੈਂਟ 183 ਸੋਲਵ ਕਰਾਵਾਂਗੀ। ਔਰ ਇਹ ਜੋ ਅਸਾਈਨਮੈਂਟ ਹੈ ਕਿਹੜੀ ਕਲਾਸ ਦੀ ਹੈ ਬੇਟਾ 6ਵੀਂ ਕਲਾਸ ਦੀ। ਔਰ ਇਹ ਅਸਾਈਨਮੈਂਟ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੈਥ ਟੀਮ ਵੱਲੋਂ ਤਿਆਰ ਕੀਤੀ ਗਈ ਹੈ। ਬੇਟਾ ਪਿਛਲੀ ਅਸਾਈਨਮੈਂਟਸ ਦੇ ਵਿੱਚ ਅਸੀਂ ਹੁਣ ਕਿਹੜਾ ਟੌਪਿਕ ਕਰਦੇ ਆ ਰਹੇ ਹਾਂ ਰੇਸ਼ੋ ਐਂਡ ਪ੍ਰਪੋਰਸ਼ਨ। ਰੇਸ਼ੋ ਐਂਡ ਪ੍ਰਪੋਰਸ਼ਨਸ ਦੇ ਅਸੀਂ 12.1 ਦੇ ਕੁਝ ਕੁਐਸਚਨ ਸੋਲਵ ਕਰ ਲਏ ਹਨ। ਤੇ ਆਓ ਫਿਰ ਅਸੀਂ ਆਪਣੀ ਅਸਾਈਨਮੈਂਟ 183 ਦੇ ਵਿੱਚ ਇਸ ਦੇ ਜੋ ਨੈਕਸਟ ਕੁਐਸਚਨ ਹਨ ਉਹਨਾਂ ਨੂੰ ਸੋਲਵ ਕਰੀਏ। ਸੋ ਲੈਟਸ ਸਟਾਰਟ exercise 12.1. so all of you open your notebooks and books. Assignment 183 the question number 12 exercise 12.1 ਦਾ ਅਸੀਂ ਕਿਹੜਾ ਕੁਐਸਚਨ ਕਰਨਾ ਹੈ ਅੱਜ ਕੁਐਸਚਨ ਨੰਬਰ 12। ਤੇ ਚਲੋ ਸਟਾਰਟ ਕਰੋ। ਕੁਐਸਚਨ ਕੀ ਹੈ ਇੱਕ ਦਰਜਨ ਪੈਨਾਂ ਦਾ ਮੁੱਲ 180 ਰੁਪਏ ਹੈ। ਇੱਕ ਦਰਜਨ 'ਚ ਕਿਸ ਦੇ ਇਕੁਅਲ ਹੈ ਇੱਕ ਦਰਜਨ ਸਾਡੇ ਕੋਲੋਂ ਬੇਟਾ ਕਿਸ ਦੇ ਇਕੁਅਲ ਹੁੰਦਾ ਹੈ 12 1 ਡਜ਼ਨ ਇਜ਼ ਇਕੁਅਲ ਟੂ 12। ਤੇ ਇਹਦਾ ਮਤਲਬ ਕਿ 12 ਪੈਨਾਂ ਦਾ ਮੁੱਲ ਬੇਟਾ ਸਾਡੇ ਕੋਲੋਂ ਕਿੰਨਾ ਆ ਗਿਆ ਫਿਰ 180 ਰੁਪਏ। ਇਸੇ ਪ੍ਰਕਾਰ 8 ਬੋਲ ਪੈਨਾਂ ਦਾ ਮੁੱਲ 56 ਰੁਪੀਜ਼ ਹੈ। ਤੇ ਫਾਈਂਡ ਆਊਟ ਫਿਰ ਅਸੀਂ ਕੀ ਕਰਨਾ ਹੈ ਪੈਨ ਦੇ ਮੁੱਲ ਦਾ ਬੋਲ ਪੈਨ ਦੇ ਮੁੱਲ ਨਾਲ ਅਨੁਪਾਤ ਪਤਾ ਕਰੋ। ਅਸੀਂ ਇੱਕ ਪੈਨ ਦਾ ਇੱਕ ਬੋਲ ਪੈਨ ਦੇ ਮੁੱਲ ਨਾਲ ਅਨੁਪਾਤ ਪਤਾ ਕਰਨਾ ਹੈ ਰੇਸ਼ੋ ਫਾਈਂਡ ਆਊਟ ਕਰਨੀ ਹੈ। ਤੇ ਫਿਰ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ ਜਿੱਥੇ ਸਾਨੂੰ ਦਰਜਨ ਪੈਨਾਂ ਦਾ ਮੁੱਲ ਦਿੱਤਾ ਹੈ ਉਹਦੀ ਜਗ੍ਹਾ 'ਤੇ ਅਸੀਂ ਇੱਕ ਪੈਨ ਦਾ ਮੁੱਲ ਫਾਈਂਡ ਆਊਟ ਕਰਾਂਗੇ। ਔਰ ਫਿਰ ਨਾਲ ਹੀ ਜਿੱਥੇ 8 ਬੋਲ ਪੈਨਾਂ ਦਾ ਮੁੱਲ ਦਿੱਤਾ ਉੱਥੇ ਅਸੀਂ ਇੱਕ ਬੋਲ ਪੈਨ ਦਾ ਮੁੱਲ ਪਤਾ ਕਰ ਲਾਂਗੇ। ਤੇ ਉਸ ਤੋਂ ਬਾਅਦ ਫਿਰ ਅਸੀਂ ਦੋਨਾਂ ਦੀ ਹੀ ਕੀ ਫਾਈਂਡ ਆਊਟ ਕਰ ਲਾਂਗੇ ਰੇਸ਼ੋ। ਤੇ ਚਲੋ ਫਿਰ ਇਸ ਨੂੰ ਕਰੀਏ। ਪਹਿਲੇ ਕੀ ਹੈ ਇੱਕ ਦਰਜਨ ਕਿਸ ਦੇ ਬਰਾਬਰ ਹੈ 12। ਤੇ ਫਿਰ 12 ਪੈਨਾਂ ਦਾ ਮੁੱਲ ਅਗਰ ਸਾਡੇ ਕੋਲੋਂ 180 ਰੁਪਏ ਹੈ ਤੇ ਇੱਕ ਪੈਨ ਦਾ ਬੇਟਾ ਮੁੱਲ ਕਿਸ ਦੇ ਬਰਾਬਰ ਹੋ ਜਾਏਗਾ ਅਗਰ 12 ਦਾ ਜੋ ਮੁੱਲ ਹੈ 180 ਹੈ ਤੇ ਫਿਰ ਇੱਕ ਕਿਸ ਦੇ ਬਰਾਬਰ ਹੋ ਜਾਏਗਾ 180 ਨੂੰ ਅਸੀਂ ਕਿਹਦੇ ਨਾਲ ਭਾਗ ਕਰ ਦਾਂਗੇ 12 ਦੇ ਨਾਲ। ਤੇ 180 ਨੂੰ ਜਦੋਂ ਅਸੀਂ 12 ਨਾਲ ਭਾਗ ਕੀਤੀ ਤੇ ਕਿੰਨਾ ਆ ਗਿਆ ਸਾਡੇ ਕੋਲੋਂ 15। ਤੇ ਇਹਦਾ ਮਤਲਬ ਇੱਕ ਪੈਨ ਦਾ ਮੁੱਲ ਜੋ ਹੈ ਉਹ ਸਾਡੇ ਕੋਲੋਂ ਕਿੰਨਾ ਹੋਏਗਾ ਫਿਰ 15 ਰੁਪਏ। ਇਸੇ ਪ੍ਰਕਾਰ ਅਗਰ 8 ਬੋਲ ਪੈਨਾਂ ਦਾ ਮੁੱਲ 56 ਰੁਪੀਜ਼ ਹੈ ਤੇ ਫਿਰ ਇੱਕ ਬੋਲ ਪੈਨ ਦਾ 8 ਬੋਲ ਪੈਨਾਂ ਦਾ ਮੁੱਲ ਸਾਡੇ ਕੋਲੋਂ 56 ਹੈ ਤੇ ਇੱਕ ਬੋਲ ਪੈਨ ਦਾ ਮੁੱਲ ਕਿੰਨਾ ਆ ਜਾਏਗਾ 56/8। 56 ਨੂੰ ਜਦੋਂ ਅਸੀਂ 8 ਨਾਲ ਡਿਵਾਈਡ ਕਰ ਦਾਂਗੇ ਤੇ ਕਿੰਨਾ ਆ ਗਿਆ ਸਾਡੇ ਕੋਲੋਂ 7 ਰੁਪੀਜ਼। ਇੱਕ ਬੋਲ ਪੈਨ ਦਾ ਮੁੱਲ ਵੀ ਆ ਗਿਆ ਤੇ ਇੱਕ ਪੈਨ ਦਾ ਮੁੱਲ ਵੀ ਆ ਗਿਆ। ਹੁਣ ਅਸੀਂ ਕੀ ਫਾਈਂਡ ਆਊਟ ਕਰਨੀ ਹੈ ਦੋਨਾਂ ਦੀ ਰੇਸ਼ੋ। ਪੈਨ ਦੇ ਮੁੱਲ ਦਾ ਬੋਲ ਪੈਨ ਦੇ ਮੁੱਲ ਨਾਲ ਅਨੁਪਾਤ ਬਰਾਬਰ ਕਿਹਦੇ ਆ ਜਾਏਗਾ ਪੈਨ ਦਾ ਮੁੱਲ ਸਾਡੇ ਕੋਲੋਂ ਆ ਗਿਆ 15 ਤੇ ਬੋਲ ਪੈਨ ਦਾ ਮੁੱਲ ਕਿੰਨਾ ਆ ਗਿਆ 7। ਹੁਣ ਦੇਖੋ 15 ਤੇ 7 ਕਿ ਦੋਨਾਂ ਦੇ ਵਿੱਚ ਕੋਈ ਕਾਮਨ ਮਲਟੀਪਲਾਇਰ ਹੈਗਾ ਸਾਡੇ ਕੋਲੋਂ ਮਲਟੀਪਲ ਕੋਈ ਕਾਮਨ ਨਹੀਂ ਹੈ। ਤੇ ਫਿਰ ਸਾਡੇ ਕੋਲੋਂ ਰੇਸ਼ੋ ਕਿਹੜੀ ਆ ਜਾਏਗੀ 15/7 ਸਾਡਾ ਐਗਜ਼ੈਕਟ ਆਨਸਰ ਆ ਜਾਏਗਾ। ਇਹ ਸੀ ਕੁਐਸਚਨ ਨੰਬਰ 12। ਨੈਕਸਟ ਕੁਐਸਚਨ ਨੰਬਰ ਆ ਗਿਆ ਬੇਟਾ ਸਾਡੇ ਕੋਲੋਂ 13 ਕੁਐਸਚਨ ਕੀ ਹੈ ਕਥਨ ਨੂੰ ਦੇਖੋ ਇੱਕ ਹਾਲ ਦੀ ਚੌੜਾਈ ਅਤੇ ਲੰਬਾਈ ਦਾ ਅਨੁਪਾਤ 2:5 ਹੈ। ਹਾਲ ਕੀ ਹੈ ਲੰਬਾਈ ਚੌੜਾਈ ਵਾਲਾ ਇਟ ਮੀਨਸ ਹੈ ਸਾਡੇ ਕੋਲੋਂ ਕਿਹੜੀ ਸ਼ੇਪ 'ਚ ਹੋ ਜਾਏਗਾ ਫਿਰ ਰੈਕਟੈਂਗੂਲਰ ਸ਼ੇਪ 'ਚ ਜਿਹਦੀ ਰੇਸ਼ੋ ਬੇਟਾ ਸਾਨੂੰ ਕਿੰਨੀ ਦਿੱਤੀ ਹੈ ਰੇਸ਼ੋ ਕਿੰਨੀ ਦਿੱਤੀ ਦੀ ਹੈ 2:5। 2:5 ਸਾਨੂੰ ਕਿਸ ਫਾਰਮ 'ਚ ਦਿੱਤੀ ਹੈ ਚੌੜਾਈ ਅਤੇ ਲੰਬਾਈ। ਪਹਿਲੇ ਸਾਡੇ ਕੋਲੋਂ ਚੌੜਾਈ ਹੈ ਤੇ ਫਿਰ ਕੀ ਹੈ ਲੰਬਾਈ। ਇਹਦਾ ਮਤਲਬ ਰੇਸ਼ੋ ਸਾਡੇ ਕੋਲੋਂ ਚੌੜਾਈ ਅਤੇ ਲੰਬਾਈ ਦੀ ਹੈ। ਟੇਬਲ ਨੂੰ ਕੰਪਲੀਟ ਕਰਨਾ ਹੈ। ਫਸਟ ਦੇਖੋ ਕੀ ਹੈ ਹਾਲ ਦੀ ਚੌੜਾਈ ਕਿੰਨੀ ਹੈ 10 ਮੀਟਰ ਤੇ ਲੰਬਾਈ ਕਿੰਨੀ ਹੈ 25 ਮੀਟਰ। ਤੇ ਇਹ ਸਾਡੇ ਕੋਲੋਂ ਰੇਸ਼ੋ ਕਿੰਨੀ ਬਣ ਜਾਏਗੀ ਇਹਦੀ ਫਸਟ ਵਾਲੇ ਦੀ 10/25। ਕਿਉਂਕਿ ਇਹ ਰੇਸ਼ੋ ਸਾਡੇ ਕੋਲੋਂ ਇਕੁਅਲ ਚਲਦੀ ਪਈ ਹੈ ਤੇ ਤਿੰਨੋਂ ਹੀ ਜਗ੍ਹਾ 'ਤੇ ਸਾਡੇ ਕੋਲੋਂ ਕੀ ਆਉਣਗੀ ਰੇਸ਼ੋਸ ਇਕੁਅਲ ਹੀ ਹੋਣਗੀਆਂ। ਪਹਿਲੇ ਵਾਲੇ ਟੇਬਲ ਦੇ ਵਿੱਚ ਅਸੀਂ ਕੀ ਫਾਈਂਡ ਆਊਟ ਕਰਨਾ ਹੈ ਚੌੜਾਈ। ਅਗਰ ਅਸੀਂ ਇਸ ਚੌੜਾਈ ਨੂੰ x ਸਪੋਜ਼ ਕਰ ਲਈਏ ਤੇ ਕੀ ਬਣ ਜਾਏਗੀ ਸਾਡੇ ਕੋਲੋਂ ਫਿਰ x/50। ਹੁਣ ਅਸੀਂ ਇਸ ਨੂੰ ਸੋਲਵ ਕਿਸ ਤਰ੍ਹਾਂ ਕਰਾਂਗੇ ਕ੍ਰਾਸ ਮਲਟੀਪਲੀਕੇਸ਼ਨ। x ਦੀ ਮਲਟੀਪਲਾਈ ਕਿਹਦੇ ਨਾਲ ਹੋ ਜਾਏਗੀ 25 ਇਜ਼ ਇਕੁਅਲ ਟੂ 50 ਦੀ ਮਲਟੀਪਲੀਕੇਸ਼ਨ 50 ਦੇ ਸਾਹਮਣੇ ਕੀ ਹੈ ਸਾਡੇ ਕੋਲੋਂ 10।
50 मल्टीप्लाई 10। हुण क्योंकि असी एक्स फाइंड आउट करना है तो 25 इधर की हो रहा बेटा मल्टीप्लाई, तो दूसरी साइड साडे को जाके 25 की हो जाएगा डिवाइड। ट्वेंटी फाइव नूं ते 50 नूं असीं जदों देखिया सेम टेबल ते है, 25 टू दा किन्ना आ गया 50। साडे कोलों की बच गया 10 मल्टीप्लाई 2। 10 नूं ते 2 नूं मल्टीप्लाई कर दो तो किन्ना आ जाएगा 20। ਇਹਦਾ मतलब फस्ट जो साडे कोलों चौड़ाई सी वो किन्नी होवेगी फिर 20 मीटर। इसे प्रकार सैकेंड नूं देखो, सैकेंड च लंबाई थर्ड टेबल साडे कोलों की मिसिंग है लंबाई, और अगर असीं इस लंबाई नूं की सपोज कर लीए y तो की आ जाएगी रेशो साडे कोलों 10 ओवर 25 इज इक्वल टू 40 ओवर y, बिकॉज बोथ दी रेशोज आर इक्वल। नाउ क्रॉस मल्टीप्लाई की होएगा 10 किहदे नाल मल्टीप्लाई y नाल, ते 40 दे सामने बेटा किन्ना है 25। उस प्रकार हुण असीं y फाइंड आउट करना है, तो 10 जो है मल्टीप्लाई हो रहा है इधर दूसरी साइड ते जाके की हो जाएगा साडे कोलों 40 मल्टीप्लाई 25 डिवाइडेड बाय 10। 0 नाल 0 कट गया, हुण की बच गया 25 मल्टीप्लाई 4। 25 नूं 4 नाल मल्टीप्लाई करती तो किन्ना आ जाएगा 25 फोर्स दा 100। ਇਹਦਾ मतलब y जो है वो किन्ना आ गया साडे कोलों हुण 100, तो y की ही हॉल दी लंबाई तो रेशो देखो इक्वल आ जाएगियां 10 ओवर 25 इज इक्वल टू लंबाई चौड़ाई साडे कोल इत्थे किन्नी आई सी 20 ओवर 50 इज इक्वल टू 40, तो लंबाई बेटा किन्नी फाइंड आउट की असी 100। देखो सेम प्रपोर्शन च जा रही हैं। टेबल देखो किस टेबल ते जाएंगे 5 दी, 5 टूज दा 10 ते 5 दा टेबल 25 किन्नी रेशो आ गई 2 ओवर 5। इस तरह से 0 नाल 0 कट गया, किन्ना आ गया 2 ओवर 5। 0 नाल 0 कट गया, 4 ते 10 बच गए, किहदे टेबल ते जाएंगे 2 ते, 2 टू दा 4 2 5 दा 10, तो किन्ना आ जाएगा साडे कोलों 2 ओवर 5। तीनों ही रेशोज़ नूं चैक करो तो साडे कोलों की आ रहा है 2 ओवर 5 2 ओवर 5 तो 2 ओवर 5, तो सानू रेशो भी जिहड़ी गिवन सी वो किहड़ी सी बेटा 2:5। ਇਹਦਾ मतलब कि साडा जो क्वेश्चन है वो वेरीफाई हो गया है, करैक्ट क्वेश्चन की है बिल्कुल करैक्ट है। क्वेश्चन आ गया बेटा साडे कोलों 14 शीला ਅਤੇ संगीता ਦੇ ਵਿੱਚ 20 ਪੈਨਾਂ ਨੂੰ 3:2 ਦੇ ਵਿੱਚ ਵੰਡੋ। ਦੋ ਲੜਕੀਆਂ ਹਨ शीला ਅਤੇ संगीता, इन्हां दोनों नूं ही किन्ने टोटल पैन डिवाइड करने हैं 20, और रेशो जो जिस रेशो च इन्हां नूं डिवाइड करने हैं वो किहड़ी है 3:2। कि शीला नूं किन्ना भाग मिलना चाहिए 3 ते संगीता नूं किन्ना भाग मिलना चाहिए 2, तो डिवाइड असी किन्ने पैन करने हैं टोटल 20। तो चलो इसनूं सॉल्व करो। सब तो पहले बेटा असी की करना है, जो सानू रेशो दिती है 3:2 दोनों नूं प्लस कर लिया, तो 3 + 2 जो है वो किन्ना आ गया साडे कोलों 5। हुण सब तो पहले असी शीला का हिस्सा फाइंड आउट करिए। शीला का हिस्सा किन्ना, उसकी पहले नंबर पर शीला है, तो मतलब रेशो जो 3 है वो भी किसकी होगी शीला की। 3 टोटल किन्ना है, हुणे असी रेशो का फाइंड आउट किया 5, तो पैन किन्ने देने हैं 20, ये किन्ना आ जाएगा 5 1 5 5 4 20, तो किन्ना बच गया साडे कोलों उपर 3 मल्टीप्लाई 4 3 4 12। ਇਹਦਾ मतलब शीला नूं किन्ने पैन मिले 12। तो चलो हुण असी किसदे फाइंड आउट कर लीए संगीता दे। संगीता का किन्ना रेशो है 2, तो संगीता नूं किन्ने पैन मिलणगे, उसका हिस्सा किन्ना है 2, टोटल किन्ना 5, तो टोटल पैन किन्ने साडे कोलों 20, 5 4 20, तो 4 2 का किन्ना आ गया मल्टीप्लाई करन ते 4 2 8। ਇਹਦਾ मतलब संगीता नूं फिर किन्ने पैन मिलणगे 8। टोटल करके देख लो, शीला नूं 12 तो संगीता नूं 8, टोटल बेटा साडे कोलों किन्ने हो गए 20। ये दोनों ही असी 3:2 ਦੇ ਵਿੱਚ ਇਹਨਾਂ ਨੂੰ डिवाइड कर लिया है। इस प्रकार क्वेश्चन नंबर 15, एक माँ अपनी बेटी श्रेया ਅਤੇ ਭੂਮਿਕਾ ਵਿੱਚ रुपये 36
ਉਹਨਾਂ ਦੀ ਉਮਰ ਦੇ ਅਨੁਪਾਤ ਵਿੱਚ ਵੰਡਣਾ ਚਾਹੁੰਦੀ ਹੈ। ਜੇਕਰ ਸ਼੍ਰੇਆ ਦੀ ਉਮਰ 15 ਸਾਲ ਅਤੇ ਭੂਮਿਕਾ ਦੀ ਉਮਰ 12 ਸਾਲ ਹੈ ਤਾਂ ਸ਼੍ਰੇਆ ਅਤੇ ਭੂਮਿਕਾ ਨੂੰ ਕਿੰਨੇ ਕਿੰਨੇ ਰੁਪਏ ਮਿਲਨੇ ਹਨ। ਦੋਨੋਂ ਹੀ ਲੜਕੀਆਂ ਨੂੰ ਮਾਂ ਨੇ ਟੋਟਲ ਕਿੰਨੇ ਪੈਸੇ ਦੇਣੇ ਹਨ? 36 ਰੁਪੀਸ। ਟੋਟਲ ਡਿਵਾਈਡ ਕਰਨੇ ਆ ਪੈਸੇ 36 ਔਰ ਦੇਣੇ ਕਿਸ ਹਿਸਾਬ ਨਾਲ ਹੈ? ਉਹਨਾਂ ਦੀ ਏਜ ਦੇ ਹਿਸਾਬ ਨਾਲ। ਪਹਿਲੀ ਲੜਕੀ ਸ਼੍ਰੇਆ ਦੀ ਬੇਟਾ ਏਜ ਕਿੰਨੀ ਹੈ? 15। ਇਹਦਾ ਮਤਲਬ ਉਹਨੂੰ 15ਵਾਂ ਹਿੱਸਾ ਮਿਲਣਾ ਹੈ। ਤੇ ਦੂਸਰੀ ਲੜਕੀ ਕਿੰਨੀ ਹੈ? ਉਮਰ ਦੀ 12। ਤੇ ਫਿਰ ਰੇਸ਼ੋ ਕਿੰਨੀ ਆ ਜਾਏਗੀ ਸਾਡੇ ਕੋਲੋਂ? 15:12। ਤੇ ਸਭ ਤੋਂ ਪਹਿਲੇ ਇਸ ਨੂੰ ਰੇਸ਼ੋ ਨੂੰ ਹੀ ਸੋਲਵ ਕਰੀਏ ਤੇ ਕਿੰਨਾ ਆ ਜਾਏਗਾ ਸਾਡੇ ਕੋਲੋਂ? 15/12। ਕਿਹੜੇ ਟੇਬਲ ਤੇ ਜਾਣਗੇ ਦੋਨੋਂ? 3 ਦੇ। 3 5 ਦਾ 12 ਤੇ 3 4 ਦਾ 3 5 ਦਾ 15 3 4 ਦਾ 12। ਇਹ ਸਾਡੇ ਕੋਲ ਰੇਸ਼ੋ ਆ ਗਈ 5:4। ਬਾਕੀ ਕੁਐਸਚਨ ਸੇਮ 4th ਕੁਐਸਚਨ ਵਾਂਗ ਸੋਲਵ ਕਰਨਾ ਹੈ। ਸਭ ਤੋਂ ਪਹਿਲਾਂ ਕੀ ਕਰੋ? ਸਮ ਆਫ ਦਾ ਟੋਟਲ ਰੇਸ਼ੋ, ਟੋਟਲ ਆਫ ਦੀ ਰੇਸ਼ੋ 4:5 ਦਾ ਟੋਟਲ ਜਦੋਂ ਅਸੀਂ ਕੀਤਾ 5 + 4 ਤੇ ਕਿੰਨਾ ਆ ਗਿਆ ਸਾਡੇ ਕੋਲੋਂ? 9। ਹੁਣ ਪਹਿਲਾ ਬੱਚਾ ਕਿਹੜਾ ਹੈ? ਸ਼੍ਰੇਆ ਨੂੰ ਕਿੰਨਾ ਭਾਗ ਮਿਲਣਾ ਹੈ? 5। ਤੇ ਕੀ ਆ ਜਾਏਗਾ ਸਾਡੇ ਕੋਲੋਂ? 5। ਟੋਟਲ ਰੇਸ਼ੋ ਦੀ ਕਿੰਨੀ ਹੈ? 9 ਤੇ ਪੈਸੇ ਕਿੰਨੇ ਦੇਣੇ ਸੀ? 36। ਇਹ ਕਿੰਨਾ ਆ ਜਾਏਗਾ? 9 4 ਦਾ 36 ਤੇ 5 4 ਦਾ 20। ਇਹਦਾ ਮਤਲਬ ਪਹਿਲੀ ਲੜਕੀ ਸ਼੍ਰੇਆ ਨੂੰ ਕਿੰਨੇ ਪੈਸੇ ਮਿਲਣਗੇ? 20। ਹੁਣ ਸੈਕਿੰਡ ਕੀ ਹੈ? ਭੂਮਿਕਾ ਦੀ ਰੇਸ਼ੋ ਕਿੰਨੀ ਹੈ? 4 ਤੇ ਫਿਰ ਉਸਦਾ ਕਿੰਨਾ ਆ ਜਾਏਗਾ? 4। ਟੋਟਲ ਰੇਸ਼ੋ ਕਿੰਨੀ ਸੀ? 9 ਤੇ ਕਿੰਨੇ ਪੈਸੇ ਬੇਟਾ ਡਿਵਾਈਡ ਕਰਨੇ ਆ? 36। 9 4 ਦਾ 36 ਤੇ ਕਿੰਨਾ ਆ ਜਾਏਗਾ? 4 × 4 4 4 ਦਾ 16। ਇਹਦਾ ਮਤਲਬ ਭੂਮਿਕਾ ਨੂੰ ਕਿੰਨੇ ਪੈਸੇ ਮਿਲਣਗੇ? 16 ਤੇ ਸ਼੍ਰੇਆ ਨੂੰ ਕਿੰਨੇ ਮਿਲੇ ਸੀ? 20। ਟੋਟਲ ਕਰਕੇ ਚੈੱਕ ਕਰ ਲਓ 20 + 16 ਇਹ ਕਿੰਨੇ ਬਣ ਗਏ? 36 ਤੇ ਟੋਟਲ ਪੈਸੇ ਵੀ ਬੇਟਾ ਸਾਡੇ ਕੋਲ ਕਿੰਨੇ ਸੀ? 36। ਇਹ ਸੀ ਕੁਐਸਚਨ ਨੰਬਰ 15। ਲਾਸਟ ਕੁਐਸਚਨ ਹੈ ਬੇਟਾ ਸਾਡਾ ਕੁਐਸਚਨ ਨੰਬਰ 16। ਕੁਐਸਚਨ ਨੰਬਰ 16 ਕੀ ਹੈ? ਪਿਤਾ ਦੀ ਉਮਰ ਵਰਤਮਾਨ ਉਮਰ 42 ਸਾਲ ਅਤੇ ਪੁੱਤਰ ਦੀ ਉਮਰ 14 ਸਾਲ ਹੈ। ਅਨੁਪਾਤ ਪਤਾ ਕਰੋ। ਪ੍ਰੈਜ਼ੈਂਟ ਏਜ ਆਫ ਫਾਦਰ ਇਜ਼ ਇਕੁਅਲ ਟੂ 42 ਈਅਰ ਐਂਡ ਏਜ ਆਫ ਸਨ ਇਜ਼ 14 ਈਅਰ। ਫਸਟ ਹੈ ਫਾਈਂਡ ਦੀ ਰੇਸ਼ੋ ਆਫ ਪਿਤਾ ਦੀ ਉਮਰ ਵਰਤਮਾਨ ਉਮਰ ਦਾ ਪੁੱਤਰ ਦੀ ਵਰਤਮਾਨ ਉਮਰ ਨਾਲ। ਫਾਈਂਡ ਦੀ ਰੇਸ਼ੋ ਆਫ ਸਨ ਟੂ ਹਿਜ਼ ਫਾਦਰ। ਚਲੋ ਪਤਾ ਕਰੀਏ। ਪਿਤਾ ਦੀ ਬੇਟਾ ਵਰਤਮਾਨ ਉਮਰ ਕਿੰਨੀ ਹੈ? 42 ਔਰ ਪੁੱਤਰ ਦੀ ਉਮਰ ਵਰਤਮਾਨ ਕਿੰਨੀ ਹੈ? 14 ਤੇ ਕਿੰਨੀ ਆ ਜਾਏਗੀ ਸਾਡੇ ਕੋਲੋਂ? 42:14। ਰੇਸ਼ੋ ਨੂੰ ਖਤਮ ਕਰਤਾ। ਫਰੈਕਸ਼ਨ ਕਿੰਨੀ ਬਣ ਗਈ ਸਾਡੇ ਕੋਲੋਂ? 42/14। ਹੁਣ ਦੋਨੋਂ ਕਿਹੜੇ ਟੇਬਲ ਤੇ ਜਾਣਗੇ? 14 ਦੇ ਟੇਬਲ ਤੇ। 14 3 ਦਾ 42 ਤੇ 14 1 ਦਾ 14 ਤੇ ਰੇਸ਼ੋ ਸਾਡੇ ਕੋਲ ਆ ਗਈ 3:1। ਇਹ ਸੀ ਆਪਸ਼ਨ ਕੁਐਸਚਨ ਏ। ਨੈਕਸਟ ਹੈ ਬੀ। ਪਿਤਾ ਦੀ ਉਮਰ ਦਾ ਪੁੱਤਰ ਦੀ ਉਮਰ ਨਾਲ ਜਦੋਂ ਪੁੱਤਰ ਦੀ ਉਮਰ 12 ਸਾਲ ਦੀ ਸੀ। ਪਹਿਲੇ ਪੁੱਤਰ ਦੀ ਬੇਟਾ ਉਮਰ ਕਿੰਨੀ ਸੀ? 14 ਸਾਲ। ਤੇ ਹੁਣ ਅਸੀਂ ਫਾਈਂਡ ਆਊਟ ਕੀ ਕਰਨਾ ਹੈ ਕਿ ਅਗਰ ਪੁੱਤਰ ਦੀ ਉਮਰ 12 ਸਾਲ ਹੋਵੇਗੀ ਤੇ 14 ਪਹਿਲੇ ਸੀ ਤੇ 12 ਹੁਣ ਹੋ ਗਈ ਹੈ। ਇਹਦਾ ਮਤਲਬ 2 ਸਾਲ ਅਸੀਂ ਕੀ ਕਰ ਰਹੇ ਹਾਂ? ਘੱਟ ਕਰਤਾ। ਤੇ ਹੁਣ ਜੇਕਰ ਪੁੱਤਰ ਦੀ ਉਮਰ ਦੇ ਵਿੱਚ ਬੇਟੇ ਦੀ ਉਮਰ ਦੇ ਵਿੱਚ 2 ਸਾਲ ਘੱਟ ਕਰਤੇ ਹੈ, ਇਟ ਮੀਨਸ ਫਾਦਰ ਦੀ ਜੋ ਉਮਰ ਹੈ ਉਸ ਦੀ ਉਮਰ ਦੇ ਵਿੱਚ ਵੀ ਅਸੀਂ 2 ਸਾਲ ਕੀ ਕਰ ਦਾਂਗੇ? ਘੱਟ ਕਰ ਦਾਂਗੇ। ਪਹਿਲੇ ਕਿੰਨੀ ਸੀ? 42 ਦੇ ਵਿੱਚ 2 ਘੱਟ ਕਰਤੇ ਬੇਟਾ ਅਸੀਂ ਮਾਈਨਸ ਕਰਤੇ ਤੇ ਕਿੰਨੇ ਰਹਿ ਗਏ? 40 ਈਅਰਸ ਦੇ। ਤੇ ਹੁਣ ਅਸੀਂ ਫਾਈਂਡ ਆਊਟ ਫਿਰ ਕਿਹਦੀ ਕਰਨੀ ਹੈ? 2 ਸਾਲ ਬਾਅਦ ਵਾਲੀ ਉਮਰ। 2 ਸਾਲ ਬਾਅਦ ਵਾਲੀ ਫਾਦਰ ਦੀ ਉਮਰ ਕਿੰਨੀ ਆ ਗਈ? 40 ਤੇ ਉਹਦੇ ਸਨ ਦੀ ਉਮਰ ਕਿੰਨੀ ਆ ਗਈ? 12। ਉਸੇ ਤਰ੍ਹਾਂ ਸੇਮ 40/12। ਹੁਣ ਦੋਨੋਂ ਕਿਹੜੇ ਕਾਮਨ ਟੇਬਲ ਤੇ ਜਾ ਰਹੇ ਆ? 4 ਦੇ ਟੇਬਲ ਤੇ। ਪਹਿਲੇ ਇਸ ਨੂੰ 4 ਦੇ ਟੇਬਲ ਤੇ ਡਿਵਾਈਡ ਕਰ ਲਈਏ। 10 4 ਦਾ 14 ਤੇ 4 3 ਦਾ 12 ਤੇ ਕਿੰਨਾ ਆ ਜਾਏਗਾ ਸਾਡੇ ਕੋਲ? 10:3। ਇਹ ਸੀ ਆਪਸ਼ਨ ਬੀ। ਇਸੇ ਤਰ੍ਹਾਂ ਸੀ। 10 ਸਾਲ ਬਾਅਦ ਦੀ ਪਿਤਾ ਦੀ ਉਮਰ ਦਾ 10 ਸਾਲ ਬਾਅਦ ਪੁੱਤਰ ਦੀ ਉਮਰ ਨਾਲ ਅਨੁਪਾਤ। ਕਿ 10 ਹੋਣ ਤੋਂ 10 ਸਾਲ ਬਾਅਦ ਜੋ ਉਸਦੇ ਪਿਤਾ ਦੀ ਉਮਰ ਹੈ ਉਸਦੇ 10 ਸਾਲ ਬਾਅਦ ਪੁੱਤਰ ਦੀ ਉਮਰ ਨਾਲ ਕਿੰਨੀ ਰੇਸ਼ੋ ਹੋਏਗੀ। ਤੇ 10 ਸਾਲ ਬਾਅਦ ਪਿਤਾ ਦੀ ਉਮਰ ਕਿੰਨੀ ਹੋ ਜਾਏਗੀ? ਹੁਣ ਕਿੰਨੀ ਉਸਦੀ? 42 ਤੇ 10 ਪਲੱਸ ਕਰ ਦਿਓ ਤੇ ਕਿੰਨੀ ਹੋ ਜਾਏਗੀ?
52 ਸਾਲ। ਇਸੇ ਪ੍ਰਕਾਰ ਉਸਦੀ ਬੇਟੇ ਦੀ ਹੁਣ ਉਮਰ ਪ੍ਰੈਜ਼ੈਂਟ ਏਜ ਕਿੰਨੀ ਹੈ 14 ਤੇ 10 ਪਲੱਸ ਕਰ ਦਿੱਤੇ ਤੇ ਬੇਟਾ ਕਿੰਨਾ ਹੋ ਗਿਆ 24। ਤੇ ਹੁਣ ਅਸੀਂ ਰੇਸ਼ੋ ਕਿਹਦੀ ਫਾਈਂਡ ਆਊਟ ਕਰਨੀ ਹੈ 52 ਰੇਸ਼ੋ 24। ਤੇ ਚਲੋ ਫਾइंड आउट करो कितना आ जाएगा 52 ਤੇ 24 ਕਿਹਦੇ ਟੇਬਲ ਤੇ ਜਾਣਗੇ 4 ਦੇ ਟੇਬਲ ਤੇ 13 4 ਦਾ 52 ਤੇ 6 4 ਦਾ 24 ਰੇਸ਼ੋ ਬੇਟਾ ਆ ਗਈ ਸਾਡੇ ਕੋਲੋਂ 13 ਰੇਸ਼ੋ 6। ਲਾਸਟ ਡੀ ਪਿਤਾ ਦੀ ਉਮਰ ਦਾ ਪੁੱਤਰ ਦੀ ਉਮਰ ਨਾਲ ਜਦੋਂ ਪਿਤਾ 30 ਸਾਲ ਦਾ ਸੀ। ਹੁਣ ਪਿਤਾ ਦੀ ਪ੍ਰੈਜ਼ੈਂਟ ਏਜ ਕਿੰਨੀ ਆ 42 ਤੇ ਅਸੀਂ ਫਾइंड आउट ਕਿਦੋਂ ਕਰਨੀ ਹੈ ਜਦੋਂ ਉਹਦੀ ਏਜ 30 ਈਅਰ ਦੀ ਹੋ ਜਾਏਗੀ ਤੇ 42 ਦੇ ਵਿੱਚ 30 ਮਾਈਨਸ ਕਰ ਲਓ ਤੇ ਕਿੰਨਾ ਆ ਜਾਏਗਾ ਸਾਡੇ ਕੋਲੋਂ 12 ਈਅਰਸ। ਇਹਦਾ ਮਤਲਬ 12 ਸਾਲ ਅਸੀਂ ਪਿਛਲੀ ਏਜ ਉਹਦੀ ਫਾइंड आउट ਕਰੀਏ ਤੇ ਫਿਰ ਇਸੇ ਪ੍ਰਕਾਰ ਅਗਰ ਪਿਤਾ ਦੀ ਉਮਰ ਦੇ ਵਿੱਚ 12 ਸਾਲ ਮਾਈਨਸ ਕਰਤੇ ਤੇ 14 ਸਾਲ ਬੇਟੇ ਦੀ ਉਮਰ ਹੁਣ ਹੈ 14 ਸਾਲ ਦੇ ਵਿੱਚ 12 ਅਸੀਂ ਮਾਈਨਸ ਕਰ ਦਾਂਗੇ ਤੇ ਸਾਡੇ ਕੋਲ ਏਜ ਕਿੰਨੀ ਰਹਿ ਗਈ 2 ਸਾਲ। ਹੁਣ ਫਿਰ ਅਸੀਂ ਰੇਸ਼ੋ ਕਿਸ ਦੀ ਫਾइंड ਕਰਨੀ ਹੈ 30 ਦੀ ਤੇ 2 ਦੀ। ਪਿਤਾ ਦੀ ਉਮਰ 30 ਤੇ ਬੇਟੇ ਦੀ ਉਮਰ 2। ਰੇਸ਼ੋ ਕਿੰਨੀ ਆ ਗਈ 30/2 2 1 ਦਾ 2 15 2 ਦਾ 30 ਤੇ ਰੇਸ਼ੋ ਕਿੰਨੀ ਆ ਜਾਏਗੀ ਸਾਡੇ ਕੋਲ 15/1। ਇਹ ਸੀ ਬੇਟਾ ਸਾਡੀ ਅਸਾਈਨਮੈਂਟ ਦਾ ਲਾਸਟ ਕੁਐਸਚਨ ਨੰਬਰ 16। hope you all understand all the questions, so note down all these questions on your math notebooks and revise. God bless you all. Thank you. Have a nice day.